गुरबचन सिंह हुणा ने बाबा जोगिंदर सिंह नूं पुछया तुहाडे किन्ने भुजंगी ने। बाबा जी कहण लगे साढ़े 7 भुजंगी ने। कहण लगे भी एक जिहड़ा भुजंगी सानूं दिओ। बाबा जोगिंदर सिंह हुणा ने 7 भुजंगी लाइन 'च खड़े कर दिते। सब तो छोटे सन संत जरनैल सिंह जी। श्रीमान संत ज्ञानी गुरबचन सिंह हुणा ने भाई जरनैल सिंह के सिर ते हत्थ रख दिता कि जिहड़ा भुजंगी सानूं दिओ। इस नगर में आके तकरीबन 2-2 हफ्ते कथा कराया करते सन। जो इत्थे कथा करते सन आ सामने घर है जी, ये जैलदार साधू सिंह जी का। तो इस घर में उन्हों का आसन होंदा सी, जिवें रिहायश कहने आपां। इत्थे रहिंदे हुंदे सी ते इत्थे आके कथा करते सी। ते इसे घर में उन्हों का रैन बसेरा हुंदा सीगा। उन्हां नाल तकरीबन 100-150 सिंह हुंदा सी। कोई 20-25 सिंह इत्थे सौ गए, कोई 5 सिंह किसी के घर आसन, 5 सिंह किसी के घर। इउं सारे ਸਿੰਘਾਂ ਦੀ ਰਿਹਾਇਸ਼ ਹੁੰਦੀ ਸੀਗੀ। ਸੰਤਾਂ ਦਾ ਆਪਣਾ ਆਸਨ ਜੈਲਦਾਰ ਸਾਧੂ ਸਿੰਘ ਜੀ ਦੇ ਘਰ ਵਿੱਚ ਹੁੰਦਾ ਸੀ। ਕਮਰਾ ਤਾਂ ਭਾਵੇਂ ਹੁਣ ਦੁਬਾਰੇ ਨਵਾਂ ਬਣਾਇਆ, ਪਰ ਉਹ ਪੁਰਾਣੀਆਂ ਨੀਹਾਂ ਤੇ ਉਸੇ ਸਾਈਜ਼ ਵਿੱਚ ਕਮਰਾ ਬਣਿਆ ਹੋਇਆ। ਕੰਧਾਂ ਉਹ ਨਵੀਆਂ, ਪਰ ਐਡਾ ਹੀ ਕਮਰਾ ਸੀ ਉਦੋਂ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਦੇ ਜਨਮ ਸਥਾਨ ਦੀ ਸੇਵਾ ਸੰਭਾਲ ਤੁਸੀਂ ਕਰ ਰਹੇ ਹੋ ਪਿਛਲੇ 9 ਸਾਲਾਂ ਤੋਂ। ਕਿਸ ਤਰ੍ਹਾਂ ਦਾ ਸੀ ਉਹਨਾਂ ਦਾ ਮੁੱਢਲਾ ਜੀਵਨ? देखो जी, दास समूही संगतां नानक नाम लेवा संगतां नूं दास फतेह अर्ज करदा है। वाहिगुरू जी का खालसा, वाहिगुरू जी की फतेह। इस स्थान दे आप दर्शन कर रहे हो, ये दर्शन 20वीं सदी दे महान सिख जरनैल मरदे मुजाहद संत ज्ञानी जरनैल सिंह जी खालसा पिंडरां वाले महापुरखां दा स्थान है। गुरुद्वारा संत खालसा जन्म स्थान। महापुरखां दा जो जन्म इस स्थान ते होया। महापुरखां दे सत्कारयोग पिता बाबा जोगिंदर सिंह, माता निहाल कौर ਅਤੇ ਜਦੋਂ ਮਹਾਂਪੁਰਖ ਜਨਮ ਤੋਂ ਬਾਅਦ ਥੋੜ੍ਹੇ ਜਿਹੇ ਵੱਡੇ ਹੋਏ, ਵਿੱਦਿਆ ਆਰੰਭ ਕੀਤੀ ਪੜ੍ਹਨੀ, ਦੁਨਿਆਵੀ ਵਿੱਦਿਆ। ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਕਹਿਣ ਲੱਗੇ, ਭਾਈ ਜਰਨੈਲ ਸਿਆਂ ਤੂੰ ਕਿੰਨੀ ਬਾਣੀ ਪੜ੍ਹਦਾ? ਕਹਿਣ ਲੱਗੇ ਜੀ ਅਸੀਂ 5 ਬਾਣੀ ਦਾ ਨਿਤਨੇਮ ਕਰਦੇ ਹਾਂ, ਸ਼ਾਮ ਨੂੰ 2 ਬਾਣੀਆਂ ਦਾ। ਬਾਬਾ ਜੋਗਿੰਦਰ ਸਿੰਘ ਕਹਿਣ ਲੱਗੇ, ਭਾਈ ਜਰਨੈਲ ਸਿਆਂ ਵੀ ਜਪਜੀ ਸਾਹਿਬ ਦਾ ਪਾਠ ਇੱਕ ਹੋਰ ਵਧਾ ਦੇ। 1 ਵਧਾਤਾ, 2 ਵਧਾਤੇ, 5 ਤੇ ਆ ਗਿਆ, 10 ਤੇ ਆ ਗਏ। ਹੌਲੀ ਹੌਲੀ ਜੋ ਭਾਈ ਜਰਨੈਲ ਸਿੰਘ ਹੁਣਾ ਜੋ ਮਹਾਂਪੁਰਖ ਬਣੇ, ਜਪਜੀ ਸਾਹਿਬ ਦੇ ਪਾਠ ਬਹੁਤ ਕਰਨ ਲੱਗ ਪਏ। ਉਸ ਤੋਂ ਬਾਅਦ ਦਮਦਮੀ ਟਕਸਾਲ ਦੇ 12ਵੇਂ ਮੁਖੀ ਵਿੱਦਿਆ ਮਾਰਤੰਡ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਥੇ ਸਮੇਤ ਹਰ ਸਾਲ ਇਸ ਨਗਰ ਵਿੱਚ ਆਇਆ ਕਰਦੇ ਸਨ ਕਥਾ ਵਿਚਾਰ ਕਰਨ ਵਾਸਤੇ। ਸੰਤ ਗਿਆਨੀ ਗੁਰਬਚਨ ਸਿੰਘ ਹੁਣਾ ਨੇ ਬਾਬਾ ਜੋਗਿੰਦਰ ਸਿੰਘ ਨੂੰ ਪੁੱਛਿਆ ਤੁਹਾਡੇ ਕਿੰਨੇ ਭੁਜੰਗੀ ਨੇ? ਬਾਬਾ ਜੀ ਕਹਿਣ ਲੱਗੇ ਸਾਢੇ 7 ਭੁਜੰਗੀ ਨੇ। ਕਹਿਣ ਲੱਗੇ ਵੀ ਇੱਕ ਜਿਹੜਾ ਭੁਜੰਗੀ ਸਾਨੂੰ ਦਿਓ। बाबा जोगिंदर सिंह हुणा ने 7 भुजंगी लाइन 'च खड़े कर दिते। सब तो छोटे सन संत जरनैल सिंह जी। श्रीमान संत ज्ञानी गुरबचन सिंह हुणा ने भाई जरनैल सिंह के सिर ते हत्थ रख दिता कि जिहड़ा भुजंगी सानूं दिओ। गुरु अर्जन साहिब महाराज कहंदे ब्रह्म ज्ञानी की गत ब्रह्म ज्ञानी जाना है। उस तो बाद महापुरखां नूं जथे विच शामिल किया गया ते महापुरखां दे नाल नाल जो अभ्यास सी बाणी दा वो 101 पाठ जपजी साहिब दा हो गया। ਤੇ ਮਹਾਂਪੁਰਖਾਂ ਨੇ 8 ਘੰਟਿਆਂ ਅੰਦਰ ਆਸਾ ਦੀ ਵਾਰ ਕੰਠ ਕੀਤੀ। ਇੱਕ ਦਿਨ ਦੇ ਅੰਦਰ ਸੁਖਮਨੀ ਸਾਹਿਬ ਦੀ ਬਾਣੀ ਕੰਠ ਕੀਤੀ। ਇਸ ਤੋਂ ਇਲਾਵਾ ਮਹੀਨੇ ਅੰਦਰ ਸਹਿਜ ਪਾਠ ਦਾ ਭੋਗ ਪਾਉਂਦੇ ਸਨ। ਕਿਸੇ ਦੇ ਨਾਲ ਬਹੁਤਾ ਬੋਲਦੇ ਨਹੀਂ ਸਨ। ਜੋ ਬਚਪਨ ਉਹਨਾਂ ਦਾ ਇਸ ਨਗਰ ਅੰਦਰ ਬਤੀਤ ਹੋਇਆ ਜਾਂ ਉਹਨਾਂ ਨੇ ਖੇਤੀ ਕੀਤੀ ਕੁਝ ਸਮਾਂ, ਤਾਂ ਵੀ ਖੇਤੀ ਕਰਦਿਆਂ ਵੀ, ਕਣਕ ਵੱਢਦਿਆਂ ਵੀ, ਹਲ ਵਾਹੁੰਦਿਆਂ ਵੀ ਉਹ ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ ਸਨ। ਕਿਸੇ ਨਾਲ ਬਹੁਤਾ ਨਹੀਂ ਸੀ ਬੋਲਦੇ। ਉਸ ਤੋਂ ਬਾਅਦ ਜੋ ਮਹਾਂਪੁਰਖਾਂ ਦੇ ਜਥੇ ਵਿੱਚ ਸ਼ਾਮਲ ਹੋਏ ਦਮਦਮੀ ਟਕਸਾਲ ਦੇ ਅੰਦਰ ਸਮਾਂ ਆਪਣੀ ਚਾਲ ਚੱਲਿਆ। ਸੰਤ ਗਿਆਨੀ ਕਰਤਾਰ ਸਿੰਘ ਦਮਦਮੀ ਟਕਸਾਲ ਦੇ ਮੁਖੀ ਬਣੇ। ਉਸ ਤੋਂ ਬਾਅਦ 78 ਦੇ ਅੰਦਰ ਜਾ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਦਮਦਮੀ ਟਕਸਾਲ ਦੇ ਮੁਖੀ ਬਣਦੇ। 1978 ਦੇ ਵਿੱਚ ਜਿਹੜੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ। ਇਸ ਨਗਰ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਕਿੰਨੇ ਮੁੱਢਲੇ ਸਾਲ ਗੁਜ਼ਾਰੇ ਆ ਜੀ ਰੋਡੇ? ਮਹਾਂਪੁਰਖਾਂ ਨੇ ਤਕਰੀਬਨ 15-16 ਸਾਲ ਇਸ ਨਗਰ ਵਿੱਚ ਬਤੀਤ ਕੀਤੇ। ਇਸ ਤੋਂ ਇਲਾਵਾ ਮਹਾਂਪੁਰਖ ਆਉਂਦੇ ਵੀ ਰਹੇ ਆ ਮੁਖੀ ਬਣਨ ਤੋਂ ਪਹਿਲਾਂ। ਜਥੇ ਵਿੱਚ ਰਹਿੰਦੇ ਸੀ, ਕੁਝ ਸਮਾਂ ਲਾ ਕੇ ਫਿਰ ਵਾਪਸ ਜਥੇ ਵਿੱਚ ਜਾ ਵੜਦੇ ਸਨ। ਅਤੇ ਇੱਕ ਜਿਹੜਾ ਹੈਗਾ ਸੰਤਾਂ ਦੇ ਪਰਿਵਾਰ ਦੇ ਵਿੱਚ ਅੱਜ ਕੌਣ ਕੌਣ ਨੇ ਜੀ? ਸੰਤਾਂ ਦੇ ਪਰਿਵਾਰ ਦੇ ਵਿੱਚੋਂ ਸੰਤਾਂ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਅਤੇ ਭਾਈ ਹਰਜੀਤ ਸਿੰਘ ਅਜੇ ਹੈਗੇ ਨੇ। ਬਾਕੀ ਜਿਹੜੇ ਸੀ ਉਹ ਕੁਝ ਸ਼ਹੀਦ ਹੋ ਗਏ, ਕੁਝ ਚੜ੍ਹਾਈ ਕਰ ਗਏ। ਇਹ ਬਾਬਾ ਜੋਗਿੰਦਰ ਸਿੰਘ ਜੀ ਦੇ ਮੈਰਿਜ ਬਾਰੇ ਲੋਕਾਂ ਦੇ ਨੂੰ ਜਿਹੜੀ ਹੈਗੀ ਕਨਫਿਊਜ਼ਨ ਆ। ਉਹਨਾਂ ਦੇ 2 ਵਿਆਹ ਸਨ। ਠੀਕ ਹੈ ਜੀ। ਇੱਕ ਦਾ ਨਾਮ ਮਾਤਾ ਧਨ ਕੌਰ ਸੀ, ਇੱਕ ਦੂਸਰੀ ਨਾਮ ਮਾਤਾ ਨਿਹਾਲ ਕੌਰ ਸੀ।
ਪਹਿਲੀ ਜਿਹੜੀ ਸੀ ਉਹਨਾਂ ਦੇ 5 ਸੁਪੁੱਤਰ ਸਨ ਤੇ ਮਾਤਾ ਉਹਨਾਂ ਦਾ ਨਾਮ ਕੀ ਸੀ ਪਹਿਲੇ ਮਾਤਾ ਦਾ ਨਾਮ? ਮਾਤਾ ਧੰਨ ਕੌਰ। ਮਾਤਾ ਧੰਨ ਕੌਰ ਜੀ ਦੀ। ਤੇ ਜਿਹੜੇ ਦੂਸਰੀ ਮਾਤਾ ਸੀ ਉਹਨਾਂ ਦਾ ਨਾਮ ਸੀ ਮਾਤਾ ਨਿਹਾਲ ਕੌਰ। ਉਹਨਾਂ ਦੇ 2 ਭੁਜੰਗੀ ਸਨ, ਸੰਤ ਜਰਨੈਲ ਸਿੰਘ ਤੇ ਭਾਈ ਵੀਰ ਸਿੰਘ। ਇੱਕ ਇਹਨਾਂ ਦੀ ਸੁਪੁੱਤਰੀ ਸੀ। ਤੇ ਸੰਤ ਜਰਨੈਲ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਹੁਣ ਉਹਨਾਂ ਦੇ ਬੱਚੇ ਉਹ ਕਿੱਥੇ ਰਹਿੰਦੇ ਨੇ ਜੀ? ਇੱਕ ਤਾਂ ਕੈਨੇਡਾ ਦੇ ਵਿੱਚ ਨੇ, ਇੱਕ ਜਲੰਧਰ ਵਿੱਚ ਨੇ, ਭਾਈ ਸਰ ਸਿੰਘ ਹੋਣੀ। ਠੀਕ ਹੈ। ਤੇ ਉਹਨਾਂ ਦਾ ਨਾਮ ਕੀ ਜੋ ਕੈਨੇਡਾ ਰਹਿੰਦੇ ਨੇ? ਭਾਈ ਇੰਦਰਜੀਤ ਸਿੰਘ ਹੋਣੀ। ਤੇ ਜਲੰਧਰ ਵਾਲਿਆਂ ਦਾ ਨਾਮ? ਭਾਈ ਈਸ਼ਰ ਸਿੰਘ ਹੋਣੀ। ਭਾਈ ਈਸ਼ਰ ਸਿੰਘ। ਤੇ ਬਾਬਾ ਜੀ ਫਿਰ ਹੁਣ ਜਿਵੇਂ ਇਸ ਸਥਾਨ ਤੇ ਤੁਸੀਂ ਸੇਵਾ ਸੰਭਾਲ ਕਰਦੇ ਹੋ, ਇੱਥੇ ਹੁਣ ਜਿਹੜਾ ਹੈਗਾ ਦਮਦਮੀ ਟਕਸਾਲ ਵੱਲੋਂ ਜਿਹੜਾ ਇੱਥੇ ਕੀ ਜਿਹੜਾ ਹੈਗਾ ਆਪਾਂ ਗੁਰਮਤਿ ਪ੍ਰਚਾਰ ਕੀਤਾ ਜਾਂਦਾ? ਦੇਖੋ ਜੀ, ਜਿੰਨਾ ਹੀ ਸਥਾਨ ਦਾ ਪ੍ਰਬੰਧ ਆ ਉਹ ਦਮਦਮੀ ਟਕਸਾਲ ਦੇ ਅੰਡਰ 'ਚ ਆ। ਦਮਦਮੀ ਟਕਸਾਲ ਦੇ ਵੱਲੋਂ ਹੀ ਸਾਰੇ ਇੱਥੋਂ ਦੀਆਂ ਗਤੀਵਿਧੀਆਂ ਜਿਹੜੀਆਂ ਚੱਲ ਰਹੀਆਂ ਨੇ। ਇਸ ਸਥਾਨ ਤੇ ਮਹਾਰਾਜ ਦੀ ਕਿਰਪਾ ਸਦਕਾ ਇੱਕ ਵਾਰ ਗੁਰਬਾਣੀ ਦੀ ਕਥਾ ਸੰਪੂਰਨ ਹੋ ਗਈ ਹੈ, ਦੂਸਰੀ ਚੱਲ ਰਹੀ ਹੈ। 2 ਵਾਰਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸੰਪੂਰਨ ਹੋਈ ਹੈ। ਇਸ ਤੋਂ ਇਲਾਵਾ ਤਕਰੀਬਨ ਇਲਾਕੇ ਤੋਂ ਬੱਚੇ ਰਹਿ ਰਹੇ ਨੇ, ਯੂਪੀ ਤੋਂ, ਰਾਜਸਥਾਨ ਤੋਂ। ਇਸ ਤੋਂ ਇਲਾਵਾ ਨਗਰ ਤੋਂ ਤਕਰੀਬਨ 60 ਤੋਂ 65 ਬੱਚੇ ਰੋਜ਼ਾਨਾ ਬੱਚੇ ਅਤੇ ਬੱਚੀਆਂ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਰਹੇ ਨੇ। ਨਾਲ ਗੱਤਕੇ ਦੀ ਕਲਾਸ ਲੱਗਦੀ ਹੈ ਤੇ ਉਹ ਕੁਝ ਸਮੇਂ ਅੰਦਰ ਅੰਦਰ ਹੀ ਅਸੀਂ ਜੋ ਕੀਰਤਨ ਦੀ ਸਿਖਲਾਈ ਉਹ ਵੀ ਸ਼ੁਰੂ ਕਰ ਰਹੇ ਹਾਂ। ਇਸ ਤੋਂ ਇਲਾਵਾ ਤਕਰੀਬਨ 35 ਪਾਠੀ ਜਿਹੜੇ ਨੇ ਬੱਚੇ ਬੱਚੀਆਂ ਉਹ ਬਣ ਚੁੱਕੇ ਹਨ। ਮਤਲਬ ਕਿ ਇਸ ਸਥਾਨ ਤੋਂ ਹਾਂਜੀ ਵਿਦਿਆ ਗ੍ਰਹਿਣ ਕਰ। ਹਾਂਜੀ ਹਾਂਜੀ। ਸੰਤ ਜਰਨੈਲ ਸਿੰਘ ਜੀ ਦੇ ਜਨਮ ਸਥਾਨ ਬਾਰੇ ਕੋਈ 16 ਫਰਵਰੀ ਨੂੰ ਉਹਨਾਂ ਦਾ ਮਨਾਇਆ ਜਾਂਦਾ, ਕੋਈ 2 ਜੂਨ ਨੂੰ ਮਨਾਇਆ ਜਾਂਦਾ। ਇਹ ਜਿਹੜਾ ਹੈਗਾ ਉਹਨਾਂ ਦਾ ਡੇਟ ਆਫ ਬਰਥ ਦੇ ਬਾਰੇ ਜਿਹੜਾ ਕੀ ਕਹੋਗੇ ਜੀ? ਦੇਖੋ ਜੀ, ਜਦੋਂ 1984 ਅੰਦਰ ਘੱਲੂਘਾਰਾ ਵਾਪਰਿਆ ਸਮਾਂ ਸੀ, ਜੋ ਵੀ ਮਹਾਂਪੁਰਖਾਂ ਤਸਵੀਰ ਘਰ ਵਿੱਚ ਰੱਖਦਾ ਸੀ ਉਸ ਨੂੰ ਪੁਲਿਸ ਕੁੱਟਦੀ ਸੀ, ਮਾਰਦੀ ਸੀ, ਜੇਲ੍ਹ ਵਿੱਚ ਤੱਕਦੀ ਸੀ। ਉਸ ਤੋਂ ਕੁਝ ਸਮੇਂ ਬਾਅਦ ਜੋ ਭਾਈ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਇੱਕ 12 ਫਰਵਰੀ ਨੂੰ ਨਿਯੁਕਤ ਕਰਕੇ ਇੱਕ ਉਹਨਾਂ ਦੀ ਯਾਦ ਵਿੱਚ ਇਹਨੂੰ ਯਾਦ ਬਣਾਇਆ ਕਰੀਏ, ਸਰਹੰਦ ਦੀ ਪਾਵਨ ਧਰਤੀ 'ਤੇ ਮਨਾਉਣਾ ਸ਼ੁਰੂ ਕੀਤਾ। ਜੋ ਮਹਾਂਪੁਰਖਾਂ ਸਹੀ ਜਨਮ ਹੈ ਉਹ 2 ਜੂਨ 1947 ਦਾ ਆ। ਫਿਰ ਨਗਰ ਦੀਆਂ ਸੰਗਤਾਂ ਨੇ, ਵਿਦੇਸ਼ਾਂ ਸੰਗਤਾਂ ਨੇ ਮੰਗ ਕੀਤੀ ਕਿ ਮਹਾਂਪੁਰਖਾਂ ਦਾ ਸਥਾਨ ਬਣ ਗਿਆ ਹੈ, ਇਸ ਸਥਾਨ ਤੋਂ ਤੁਸੀਂ ਆਰੰਭ ਕਰੋ। ਅਸੀਂ 2018 ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਸਾਰਾ ਲਾਈਵ ਕੀਤਾ ਵਾਜੇਕੌਮ TV 'ਤੇ। ਉਹ ਤੋਂ ਅਸੀਂ ਮਹਾਂਪੁਰਖਾਂ ਦਾ ਜਨਮ ਜਿਹੜਾ ਹੈ, ਜਨਮ ਦਿਹਾੜਾ 31 ਮਈ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਦੇ ਹਾਂ। 2 ਜੂਨ ਨੂੰ ਭੋਗ ਪਾਉਂਦੇ ਹਾਂ। ਕੀਰਤਨ ਕਥਾ ਵਿਚਾਰ ਹੁੰਦੀ ਹੈ। ਬੇਅੰਤ ਗੁਰੂ ਨਾਨਕ ਨੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਸੋ ਦਾਸ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਜੋ ਮਹਾਂਪੁਰਖਾਂ ਦਾ ਸਹੀ ਜਨਮ ਆ ਉਹ 2 ਜੂਨ 1947 ਦਾ ਹੈ। 2 ਜੂਨ 1947 ਦਾ, ਮਤਲਬ ਕਿ 37 ਸਾਲ ਦੇ ਸੀਗੇ ਜਦੋਂ 1984 ਦੀ ਘਟਨਾ। ਹਾਂਜੀ ਹਾਂਜੀ ਹਾਂਜੀ। ਤੇ ਬਾਬਾ ਜੀ ਹੁਣ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਜੀ ਦਾ ਜਿਹੜਾ ਜੀਵਨ ਦਾ ਫਲਸਫਾ ਸੀਗਾ, ਕਿਉਂਕਿ ਦੁਨੀਆ ਜਿਹੜਾ ਹੈਗਾ ਕਾਫੀ ਲੋਕਾਂ ਨੂੰ ਕਲੀਅਰ ਵੀ ਹੈ ਤੇ ਕਈਆਂ ਨੂੰ ਜਿਹੜਾ ਹੈਗਾ ਨਹੀਂ ਵੀ ਕਲੀਅਰ, ਕਿ ਉਹਨਾਂ ਦਾ ਕੀ ਸਿੱਖੀ ਸਿਧਾਂਤ ਸੀਗਾ, ਕੀ ਉਹਨਾਂ ਦਾ ਜਿਹੜਾ ਹੈ ਜੀਵਨ ਦਾ ਫਲਸਫਾ ਸੀਗਾ? ਦੇਖੋ ਜੀ, ਉਹਨਾਂ ਨੇ ਜੋ ਗੁਰੂ ਸਾਹਿਬਾਨ ਦਾ ਸਿਧਾਂਤ ਆ ਨਾ, ਜੋ ਗੁਰ ਕਹੇ ਸੋਈ ਪਲ ਮੰਨ ਹੋ, ਜੋ ਗੁਰੂ ਕਹਿੰਦਾ ਉਸ ਨੂੰ ਸਤ ਕਰਕੇ ਮੰਨਣਾ। ਜਿਵੇਂ ਭਗਤਾਂ ਨੇ ਮੰਨਿਆ, ਗੁਰਸਿੱਖਾਂ ਨੇ ਮੰਨਿਆ, ਮਹਾਂਪੁਰਖਾਂ ਨੇ ਗੁਰਬਾਣੀ 'ਤੇ ਪੂਰਾ ਪਹਿਰਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਜੋ ਮਰਿਆਦਾ ਹੈ, ਜੋ ਸਿਧਾਂਤ ਆ, ਉਹਨਾਂ 'ਤੇ ਪਹਿਰਾ ਦਿੱਤਾ ਅਤੇ ਮਹਾਂਪੁਰਖਾਂ ਨੇ ਆਪ ਕਮਾਈ ਕੀਤੀ। ਤਾਂ ਹੀ ਦੇਖੋ ਤੁਸੀਂ ਉਹਨਾਂ ਦੇ ਜਦੋਂ ਬੋਲ ਸਨ ਮੰਜੀ ਸਾਹਿਬ ਦੀਵਾਨ ਹਾਲ ਤੋਂ, ਜਦੋਂ ਵੀ ਸਪੀਚ ਬੋਲਦੇ ਸਨ, ਬੇਅੰਤ ਮਰਜੀਵੜੇ, ਚਾਹੇ ਉਹ ਮੋਨੇ ਸਨ, ਸ਼ਰਾਬੀ ਸਨ, ਉਹਨਾਂ ਦੇ ਬੋਲ ਸੁਣ ਕਰਕੇ ਅੰਮ੍ਰਿਤਧਾਰੀ ਹੋ ਕੇ ਅਤੇ ਉਹਨਾਂ ਨੇ 1984 ਅੰਦਰ ਸ਼ਹਾਦਤਾਂ ਦੇ ਜਾਮ ਪੀਤੇ। ਕਾਰਨ ਕੀ ਹੈ? ਉਹਨਾਂ ਦੀ ਕਮਾਈ। ਉਹਨਾਂ ਦੀ ਕਮਾਈ ਨੂੰ ਅੱਜ ਵੀ ਉਹਨਾਂ ਦੀ ਸਪੀਚਾਂ ਸੁਣ ਕੇ ਦੇਸ਼ਾਂ ਵਿਦੇਸ਼ਾਂ ਅੰਦਰ ਨੌਜਵਾਨ ਸਾਡੇ ਨੇ ਅੰਮ੍ਰਿਤਧਾਰੀ ਹੋ ਰਹੇ ਨੇ। ਮੁੱਖ ਦੀ ਗੱਲ ਹੈ ਕਿ ਉਹਨਾਂ ਨੇ ਕਮਾਈ ਬੇਅੰਤ ਕੀਤੀ। ਸਾਰਾ ਫਲ ਜਿਹੜਾ ਕਮਾਈ ਦਾ ਹੈ। ਹਾਂ, ਤੁਸੀਂ ਸਮਾਂ ਦਿੱਤਾ ਬਾਬਾ ਜੀ, ਬਹੁਤ ਬਹੁਤ ਧੰਨਵਾਦ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਹੈ ਜਿਹੜਾ 23 ਫਰਵਰੀ 1981 ਨੂੰ ਪਵਿੱਤਰ ਕਰ ਕਮਲਾਂ ਨਾਲ ਰੱਖਿਆ ਸੀ। ਇਹ ਪਿੰਡ ਲੰਗਿਆਣਾ ਨਵਾਂ, ਮੇਰੇ ਨਾਲ ਭਾਈ ਜੀ ਨੇ ਇਸ ਜਗ੍ਹਾ ਦੇ ਉੱਪਰ ਸੰਤ ਜਰਨੈਲ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਨੀਂਹ ਪੱਥਰ ਰੱਖਿਆ। ਫਿਰ ਇੱਥੇ ਸਮਾਂ ਵੀ ਬਿਤਾਇਆ ਹੋਣਾ, ਕਿਸ ਤਰ੍ਹਾਂ ਦਾ ਜੀਵਨ ਸੀ? ਹਾਂਜੀ, ਸਾਡੇ ਪਿਤਾ ਜੀ ਸੰਤ ਬਾਬਾ ਪ੍ਰਤਾਪ ਸਿੰਘ ਜੀ, ਜਿਨ੍ਹਾਂ ਨੇ ਇੱਥੇ ਲਗਭਗ 56 ਸਾਲ ਸੇਵਾ ਕੀਤੀ ਹੈ, ਉਹਨਾਂ ਦਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਬਹੁਤ ਪਿਆਰ ਸੀਗਾ। ਅਤੇ ਮਹਾਂਪੁਰਸ਼ਾਂ ਨੂੰ 1981 ਵਿੱਚ ਬੇਨਤੀ ਕੀਤੀ ਕਿ ਆਪਾਂ ਨਗਰ ਦਾ ਨਵਾਂ ਸਥਾਨ ਜੋ ਗੁਰਦੁਆਰਾ ਸਾਹਿਬ ਬਿਲਡਿੰਗ ਆਰੰਭ ਕਰਨੀ ਹੈ, ਤੁਸੀਂ ਨੀਂਹ ਪੱਥਰ ਰੱਖਣਾ ਹੈ। ਸੰਤ ਜਰਨੈਲ ਸਿੰਘ ਜੀ ਪਿਤਾ ਜੀ ਦੀ ਬੇਨਤੀ ਨੂੰ ਮੰਨ ਕੇ ਸਪੈਸ਼ਲ ਵਿਸ਼ੇਸ਼ ਤੌਰ 'ਤੇ ਇੱਥੇ ਨੀਂਹ ਪੱਥਰ ਰੱਖਣ ਆਏ ਸੀ। ਅਤੇ ਹੋਰ ਉਹਨਾਂ ਦੇ ਬਾਰੇ ਜਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਜਾਂ ਸੰਤ ਦਾ ਕਿਸ ਤਰ੍ਹਾਂ ਸੁਭਾਅ ਸੀ, ਕਿਸ ਤਰ੍ਹਾਂ ਉਹ ਸੇਵਾ ਭਾਵਨਾ ਸੀ ਉਹਨਾਂ ਦੀ? ਸਾਡਾ ਤਾਂ ਜਨਮ ਜਿਹੜਾ ਉਹ 1981 ਦਾ ਜੀ। ਮੈਂ ਤਾਂ 84 ਮੌਕੇ 3 ਸਾਲ ਦਾ ਸੀਗਾ।
ਸਾਡੇ ਪਿਤਾ ਜੀ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਬਹੁਤ ਪਿਆਰ ਸੀਗਾ ਤੇ ਰੋਡੇ ਨਗਰ ਨਾਲ ਹੀ ਇੱਥੋਂ 3 ਕਿਲੋਮੀਟਰ ਹੈ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਟਕਸਾਲ ਦੇ ਮੁਖੀ ਵੀ ਨਹੀਂ ਸਨ ਬਣੇ, ਉਹਦੇ ਤੋਂ ਪਹਿਲਾਂ ਵੀ ਇੱਥੇ ਆਮ ਹੀ ਪਿਤਾ ਜੀ ਨੂੰ ਮਿਲਣ ਵਾਸਤੇ ਆ ਕੇ ਬਚਨ ਬਲਾਸ ਕਰਨੇ ਤੇ ਮਿਲਣ ਵਾਸਤੇ ਆ ਜਾਣਾ। ਉਹਨਾਂ ਦਾ ਬਹੁਤ ਡੂੰਘਾ ਪਿਆਰ ਸੀਗਾ। ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਾਲੇ ਟਕਸਾਲ ਦੇ ਮੁਖੀ ਨਹੀਂ ਸੀ ਬਣੇ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 12ਵੇਂ ਮੁਖੀ ਦਮਦਮੀ ਟਕਸਾਲ ਦੇ, ਉਹ ਇਸ ਨਗਰ ਵਿੱਚ ਕਥਾ ਕਰਨ ਵਾਸਤੇ ਆਇਆ ਕਰਦੇ ਸੀ ਜਥੇ ਸਮੇਤ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਬਾਣੀ ਪੜ੍ਹਦੇ ਹੋਏ ਆਪਣੇ ਨਗਰ ਰੋਡਿਆਂ ਤੋਂ ਦੁੱਧ ਦੀ ਵਲਟੋਈ ਭਰ ਕੇ ਸਿਰ 'ਤੇ ਰੱਖ ਕੇ ਤੁਰ ਕੇ ਇੱਥੇ ਆ ਕੇ ਲੰਗਰ ਵਿੱਚ ਦੁੱਧ ਪਾਉਣ ਦੀ ਸੇਵਾ ਕਰਦੇ ਸੀ। ਬਹੁਤ ਸ਼ਰਧਾ ਸੀ ਉਹਨਾਂ ਦੀ, ਬਹੁਤ ਭਾਵਨਾ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉੱਪਰ। ਜਰਨੈਲ ਸਿੰਘ ਜੀ ਭਿੰਡਰਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਜੀ, ਉਹਨਾਂ ਦਾ ਕੀ ਨਾਮ ਸੀਗਾ ਤੇ ਉਹਨਾਂ ਦੇ ਜਿਹੜਾ ਹੈਗਾ ਹਿਸਟਰੀ ਦੇ ਵਿੱਚ ਆਪਾਂ ਕਿ ਉਹਨਾਂ ਦੇ 2 ਵਿਆਹ ਹੁੰਦੇ ਨੇ, ਠੀਕ ਹੈ, ਉਹਦਾ ਕੀ ਕਾਰਨ ਸੀਗਾ ਤੇ ਉਹਨਾਂ ਦੀ ਸੰਤਾਨ ਦੇ ਵਿੱਚ ਕੌਣ ਕੌਣ? ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ, ਉਹਨਾਂ ਦਾ ਪਹਿਲਾਂ ਵਿਆਹ ਹੋ ਚੁੱਕਾ ਸੀਗਾ ਤੇ ਸੰਤਾਂ ਦੇ ਜਿਹੜੇ ਮਾਤਾ ਜੀ ਮਾਤਾ ਨਿਹਾਲ ਕੌਰ, ਉਹਨਾਂ ਦੀ ਕੁੜਮਾਈ ਸੰਤ ਬਾਬਾ ਜੋਗਿੰਦਰ ਸਿੰਘ ਜੀ ਦੇ ਵੱਡੇ ਭਰਾ ਬਾਬਾ ਸੱਜਣ ਸਿੰਘ ਨਾਲ ਹੋਈ ਸੀਗੀ। ਉਹ ਪਲੇਗ ਦੀ ਬਿਮਾਰੀ ਦੌਰਾਨ ਚੜ੍ਹਾਈ ਕਰ ਗਏ ਤੇ ਮਾਤਾ ਨਿਹਾਲ ਕੌਰ ਦੇ ਪਿਤਾ ਬਾਬਾ ਬਚਨ ਸਿੰਘ ਨੇ ਫਿਰ ਆ ਕੇ ਬੇਨਤੀ ਕੀਤੀ ਰੋਡੇ ਨਗਰ ਵਿੱਚ ਸੰਤ ਗਿਆਨੀ ਕਿਰਪਾਲ ਸਿੰਘ ਜੀ ਨੂੰ ਕਿ ਸਾਡੀ ਲੜਕੀ ਦੀ ਕੁੜਮਾਈ ਇਸ ਘਰ ਵਿੱਚ ਹੋਈ ਹੈ ਤੇ ਸਾਡੀ ਇੱਛਾ ਵੀ ਸਾਡੀ ਲੜਕੀ ਦਾ ਵਿਆਹ ਵੀ ਇਸੇ ਘਰ ਵਿੱਚ ਹੋਵੇ। ਉਹ ਕਹਿੰਦੇ ਵੀ ਸਾਡਾ ਤਾਂ ਇੱਕੋ ਇੱਕ ਪੁੱਤਰ ਜਿਹੜਾ ਬਚਿਆ ਉਹਦਾ ਵਿਆਹ ਹੋ ਚੁੱਕਾ। ਉਹ ਕਹਿੰਦੇ ਭਾਵੇਂ ਵਿਆਹ ਹੋ ਚੁੱਕਾ ਪਰ ਤੁਸੀਂ ਸਾਡੀ ਬੇਨਤੀ ਮੰਨੋ ਵੀ ਸਾਡੀ ਲੜਕੀ ਦਾ ਆਨੰਦ ਕਾਰਜ ਇਸੇ ਘਰ ਵਿੱਚ ਹੋਵੇ, ਦੂਸਰਾ ਵਿਆਹ ਕਰ ਲਵੋ ਵੀ ਅਸੀਂ ਆਪਣੀ ਮਰਜ਼ੀ ਨਾਲ ਇਸੇ ਘਰ ਵਿੱਚ ਆਪਣੀ ਲੜਕੀ ਨੂੰ ਵਿਆਹਣਾ ਚਾਹੁੰਦੇ ਹਾਂ। ਫਿਰ ਸੰਤ ਗਿਆਨੀ ਕਿਰਪਾਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਗੱਲ ਕੀਤੀ। ਉਹਨਾਂ ਦੀ ਸਿਫਾਰਿਸ਼ ਨਾਲ ਮਾਤਾ ਜੀ ਮੰਨ ਗਏ। ਇਉਂ ਮਾਤਾ ਨਿਹਾਲ ਕੌਰ ਜੀ ਵੀ ਇਸੇ ਘਰ ਵਿੱਚ ਦੂਸਰੇ ਵਿਆਹ ਦੇ ਤੌਰ 'ਤੇ ਬਾਬਾ ਜੋਗਿੰਦਰ ਸਿੰਘ ਦੇ ਘਰ ਵਿੱਚ ਆਏ। ਇਉਂ 2 ਵਿਆਹ ਹੋਣ ਦਾ ਕਾਰਨ ਸੀ। ਤੇ ਜਿਹੜੇ ਉਹਨਾਂ ਦੇ ਮਤਲਬ ਰੀਅਲ ਬ੍ਰਦਰ ਸਿਸਟਰ ਨੇ, ਉਹਨਾਂ ਦਾ ਕੀ ਨਾਮ ਨੇ ਜੀ? ਜਿਹੜੇ ਮਾਤਾ ਨਿਹਾਲ ਕੌਰ ਜੀ, ਉਹਨਾਂ ਤੋਂ 3 ਸੰਤਾਨਾਂ ਹੋਈਆਂ। ਭਾਈ ਵੀਰ ਸਿੰਘ ਜੀ ਵੱਡੇ ਭਰਾ ਸਨ, ਉਹਨਾਂ ਤੋਂ ਛੋਟੇ ਇੱਕ ਭੈਣ ਜੀ ਸਨ ਤੇ ਇੱਕ ਸਭ ਤੋਂ ਛੋਟੇ ਸੰਤ ਜਰਨੈਲ ਸਿੰਘ ਜੀ। ਇੱਕ ਮਾਤਾ ਦੇ ਕੁੱਖ ਤੋਂ ਇਹ 3 ਜਿਹੜੇ ਸੰਤਾਨਾਂ ਪੈਦਾ ਹੋਈਆਂ। ਜਿਹੜੇ ਦੂਸਰਾ ਪਹਿਲਾ ਵਿਆਹ ਸੀਗਾ ਉਹਨਾਂ ਤੋਂ 5 ਪੁੱਤਰ ਪੈਦਾ ਹੋਏ। ਭਾਈ ਜਗੀਰ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਭਾਈ ਕੈਪਟਨ ਹਰਚਰਨ ਸਿੰਘ ਜੀ ਤੇ ਮਾਸਟਰ ਜਗਰਾਜ ਸਿੰਘ ਜੀ ਤੇ ਭਾਈ ਹਰਜੀਤ ਸਿੰਘ। ਇਹ 5 ਭਰਾ ਇੱਕ ਮਾਤਾ ਦੇ ਕੁੱਖ ਤੋਂ ਸਨ ਤੇ 2 ਭਰਾ ਸੰਤ ਗਿਆਨੀ ਜਰਨੈਲ ਸਿੰਘ ਜੀ ਤੇ ਭਾਈ ਵੀਰ ਸਿੰਘ ਜੀ ਤੇ ਇੱਕ ਭੈਣ, ਇਹ ਇੱਕ ਮਾਤਾ ਦੀ ਕੁੱਖ ਤੋਂ ਸਨ। ਜਿਹੜੀ ਤੁਸੀਂ ਕਿਤਾਬ ਆ ਸਿਰਦ ਸੰਤ ਖਾਲਸਾ ਜੀ, ਕਿਹਨਾਂ ਨੇ ਲਿਖੀ ਹੈ ਤੇ ਕੀ ਕਹਿਣਾ ਚਾਹੋਗੇ ਇਸ ਕਿਤਾਬ? ਇਹ ਕਿਤਾਬ ਜੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਕੇ ਭਤੀਜੇ ਨੇ, ਉਹਨਾਂ ਨੇ ਲਿਖੀ ਹੈ। ਇਸ ਕਿਤਾਬ ਵਿੱਚ ਬਹੁਤ ਵਡਮੁੱਲੀ ਜਾਣਕਾਰੀ ਹੈ। ਜਿਹੜੇ ਵੀ ਲੋਕ ਜਾਂ ਸੰਗਤਾਂ ਸ਼ਰਧਾ ਭਾਵਨਾ ਨਾਲ ਸੰਤਾਂ ਦੀ ਜੀਵਨੀ ਪੜ੍ਹਨੀ ਚਾਹੁੰਦੇ ਆ, ਉਹ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ। ਇਹਦੇ ਵਿੱਚ ਬਹੁਤ ਜਾਣਕਾਰੀ ਮਿਲੇਗੀ। ਤੁਸੀਂ ਦੱਸਿਆ ਕਿ ਦਮਦਮੀ ਟਕਸਾਲ ਦੇ ਸੰਤਾਂ ਤੋਂ ਪਹਿਲਾਂ ਮੁਖੀ ਸੀਗੇ ਬਾਬਾ ਗੁਰਬਖਸ਼ ਸਿੰਘ ਜੀ, ਉਹ ਇੱਥੇ ਆਉਂਦੇ ਰਹੇ? ਸੰਤ ਗਿਆਨੀ ਗੁਰਬਚਨ ਸਿੰਘ ਜੀ, ਹਾਂਜੀ, ਉਹ ਇਸ ਨਗਰ ਵਿੱਚ ਆ ਕੇ ਤਕਰੀਬਨ 2-2 ਹਫ਼ਤੇ ਕਥਾ ਕਰਿਆ ਕਰਦੇ ਸਨ। ਜਦੋਂ ਇੱਥੇ ਕਥਾ ਕਰਦੇ ਸਨ, ਆ ਸਾਹਮਣੇ ਘਰ ਹੈ ਜੀ, ਇਹ ਜੈਲਦਾਰ ਸਾਧੂ ਸਿੰਘ ਜੀ ਦਾ, ਤੇ ਇਸ ਘਰ ਵਿੱਚ ਉਹਨਾਂ ਦਾ ਆਸਣ ਹੁੰਦਾ ਸੀ, ਜਿਵੇਂ ਰਿਹਾਇਸ਼ ਕਹਿੰਦੇ ਆਪਾਂ। ਇੱਥੇ ਰਹਿੰਦੇ ਹੁੰਦੇ ਸੀ ਤੇ ਇੱਥੇ ਆ ਕੇ ਕਥਾ ਕਰਦੇ ਸੀ ਤੇ ਇਸੇ ਘਰ ਵਿੱਚ ਉਹਨਾਂ ਦਾ ਰਹਿਣ ਬਸੇਰਾ ਹੁੰਦਾ ਸੀਗਾ। ਉਹਨਾਂ ਨਾਲ ਤਕਰੀਬਨ 100-150 ਸਿੰਘ ਹੁੰਦਾ ਸੀ। ਕੋਈ 20-25 ਸਿੰਘ ਇੱਥੇ ਸੌਂ ਗਏ, ਕੋਈ 5 ਸਿੰਘ ਕਿਸੇ ਦੇ ਘਰ ਆਸਣ, 5 ਸਿੰਘ ਕਿਸੇ ਦੇ ਘਰ, ਇਉਂ ਸਾਰੇ ਸਿੰਘਾਂ ਦੀ ਰਿਹਾਇਸ਼ ਹੁੰਦੀ ਸੀਗੀ। ਸੰਤਾਂ ਦਾ ਆਪਣਾ ਆਸਣ ਜੈਲਦਾਰ ਸਾਧੂ ਸਿੰਘ ਜੀ ਦੇ ਘਰ ਵਿੱਚ ਹੁੰਦਾ ਸੀ। ਬਾਬਾ ਜੀ, ਇਸ ਕਮਰੇ ਦੇ ਵਿੱਚ ਜਿਹੜੇ ਗਿਆਨੀ ਗੁਰਬਚਨ ਸਿੰਘ ਜੀ ਆਉਂਦੇ ਰਹੇ ਨੇ? ਹਾਂਜੀ, ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਗੁਰਦੁਆਰਾ ਸਾਹਿਬ ਖੜ੍ਹ ਕੇ, ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸ ਕਮਰੇ ਵਿੱਚ ਰਿਹਾ ਕਰਦੇ ਸੀਗੇ। ਜਿਹੜਾ ਇਹ ਕਮਰਾ, ਉਹ ਕਮਰਾ ਤਾਂ ਭਾਵੇਂ ਹੁਣ ਦੁਬਾਰੇ ਨਵਾਂ ਬਣਾਇਆ, ਪਰ ਉਹ ਪੁਰਾਣੀਆਂ ਨੀਹਾਂ ਤੇ ਉਸੇ ਸਾਈਜ਼ ਵਿੱਚ ਕਮਰਾ ਬਣਿਆ ਹੋਇਆ। ਕੰਧਾਂ ਉਹ ਨਵੀਆਂ, ਪਰ ਐਡਾ ਹੀ ਕਮਰਾ ਸੀ ਉਦੋਂ ਵੀ। ਇਹ ਜਿਹੜਾ ਕਮਰਾ, ਇਹ ਘਰ ਹੈ ਜੈਲਦਾਰ ਸਾਧੂ ਸਿੰਘ ਜੀ ਦੇ ਪਿਤਾ ਬਾਬਾ ਉਜਾਗਰ ਸਿੰਘ ਜੀ, ਉਦੋਂ ਵੱਡੇ ਹੋਇਆ ਕਰਦੇ ਸਨ। ਜੈਲਦਾਰ ਜੀ ਦੀ ਉਮਰ ਛੋਟੀ ਸੀਗੀ, ਉਦੋਂ ਇੱਥੇ ਰਹਿੰਦੇ ਹੁੰਦੇ ਸੀ। ਬਾਪੂ ਜੀ, ਤੁਹਾਡੇ ਪਿੰਡ ਨਾਲ ਜਿਹੜਾ ਹੈਗਾ ਟਕਸਾਲ ਦਾ, ਜਿਹੜਾ ਆਪਾਂ ਦਮਦਮੀ ਟਕਸਾਲ ਦਾ ਜਿਹੜਾ ਰਿਸ਼ਤਾ ਪੁਰਾਣਾ ਹੈ, ਕਿੱਥੋਂ ਪੁਰਾਣਾ ਜੀ? ਬਾਬਾ ਜੀ ਪਹਿਲਾਂ ਬਾਬੇ ਸੁੰਦਰ ਸਿੰਘ ਤੋਂ ਲੈ ਕੇ ਜੀ, ਬਾਬਾ ਸੁੰਦਰ ਸਿੰਘ ਪਿੰਡ ਦੇ ਵਿੱਚ ਇੱਕ
ਲਾਲ ਸਿੰਘ ਦਾ ਘਰ ਆ, ਚਵਾਰਾ ਸੀਗਾ, ਜਾਣੀ ਉਹਦੇ 'ਚ ਰਹਿੰਦੇ ਹੁੰਦੇ ਸੀਗੇ। ਅਤੇ ਸਾਡੇ ਪਿੰਡ ਦਾ ਪਾਣੀ ਵੀ ਬਹੁਤ ਮਾੜਾ ਸੀਗਾ, ਅਤੇ ਸਾਡੇ ਪਿੰਡਿਆਂ ਨੇ ਮਹਾਂਪੁਰਖਾਂ ਨੂੰ ਕਿਹਾ ਵੀ ਸਾਡਾ ਪਾਣੀ ਹੈਗਾ ਜਿਹੜਾ ਨਾ ਕੌੜਾ ਹੈ। ਮਹਾਂਪੁਰਖਾਂ ਨੇ ਬਚਨ ਕਰਤਾ ਵੀ ਤੁਹਾਡੇ ਪਿੰਡ ਦਾ ਪਾਣੀ ਮਿੱਠਾ ਹੋ ਜਾਊਗਾ। ਉਦੋਂ ਬਾਅਦ ਮੇਰੀ ਸੁਰਤ ਜਦੋਂ ਸੰਭਲੀ ਆ, ਬਾਬਾ ਗੁਰਬਚਨ ਸਿੰਘ ਆਉਣ ਲੱਗ ਪਏ ਇੱਥੇ। ਉਹ ਮੇਰੀ ਸੁਰਤ ਤੋਂ ਪਹਿਲਾਂ ਜਾਣੀ ਆਉਂਦੇ ਰਹੇ, ਵੇਖਿਆ ਨਹੀਂ ਮੈਂ। ਬਾਬਾ ਗੁਰਬਚਨ ਸਿੰਘ ਆਉਂਦੇ ਰਹੇ ਆ। ਉਦੋਂ ਬਾਅਦ ਬਹੁਤ ਚਿਰ ਸੰਤਾਂ ਨੂੰ ਸਾਡੇ ਪਿੰਡਿਆਂ ਨੇ ਬਹੁਤ ਕਿਹਾ ਵੀ ਭਾਈ ਸਾਡੇ ਚੁਆਰੇ ਆ, ਸਾਡੇ ਪੱਕੇ ਆ, ਸਾਡੇ ਮਕਾਨ 'ਚ ਰਹੋ। ਪਰ ਮਹਾਂਪੁਰਖਾਂ ਦੇ ਭਾਈ ਸਾਡਾ ਤਾਂ ਇਹੀ ਚੁਆਰਾ, ਇਹੀ ਪੱਕਾ, ਇਹੀ ਸਭ ਕੁਝ, ਅਸੀਂ ਤਾਂ ਇੱਥੇ ਹੀ ਰਵਾਂਗੇ, ਭਲਾ ਕੁਛ ਵੀ ਹੋ ਜੇ। ਸਾਡਾ ਕੱਚਾ ਹੀ ਜਮਾਂ, ਅਤੇ ਕੱਚੇ ਦੇ ਵਿੱਚ ਹੀ ਮਹਾਂਪੁਰਖ ਇੱਥੇ ਰਹਿੰਦੇ ਰਹੇ ਆ। ਆਥਣ ਸਵੇਰ ਜਦੋਂ ਕਥਾ ਕਰਨ ਜਾਣਾ ਗੁਰਦੁਆਰੇ, ਉਦੋਂ ਬਾਅਦ ਇੱਥੇ ਆਉਣਾ। ਬਾਬਾ ਠਾਕਰ ਸਿੰਘ, ਬਾਬਾ ਇੰਦਰ ਸਿੰਘ, ਉਹ ਗੁਰਬਈ ਹੁੰਦੇ ਸੀਗੇ ਮਹਾਂਪੁਰਖਾਂ ਦੇ, ਅਤੇ ਨਾਲ 100 ਸਵਾ 100 ਸਿੰਘ ਮਹਾਂਪੁਰਖਾਂ ਦੇ ਨਾਲ ਹੁੰਦੇ ਸੀ। ਉਹ ਆਸਣ ਹੁੰਦਾ ਸੀ, ਸਾਡੇ ਸਾਰੇ ਪਿੰਡ ਦੇ ਵਿੱਚ ਹੀ ਆਸਣ ਹੁੰਦਾ ਸੀਗਾ। ਮਹਾਂਪੁਰਖਾਂ ਦੀ ਦੇਣ ਆ, ਸਾਡਾ ਪਿੰਡ ਮੌਜ ਕਰਦਾ ਹੈ। ਤੇ ਬਾਪੂ ਜੀ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਵੀ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਨੇ ਉਹਦਾ ਨੀਂਹ ਪੱਥਰ ਰੱਖਿਆ, ਉਹ ਵੀ ਇੱਥੇ ਸੇਵਾ ਕਰਦੇ? ਹਾਂਜੀ ਹਾਂਜੀ, ਉਹ ਵੀ ਪਹਿਲਾਂ ਸਾਡੇ ਸੀਗਾ ਸੈਰ 'ਤੇ ਸ਼ਿਵ ਦੇ ਪਾਸੇ ਨੂੰ। ਉਦੋਂ ਬਾਅਦ ਮਹਾਂਪੁਰਖਾਂ ਨੂੰ ਅਸੀਂ ਆਉਂਦੇ ਰਹੇ ਆ, ਉਹਨਾਂ ਨੂੰ ਕਹਿਤਾ ਮਹਾਂਪੁਰਖੋ ਜੀ ਅਸੀਂ ਪੁਰਾਣਾ ਸਾਡਾ ਬਹੁਤ ਚਿਰ ਦਾ ਪਹਿਲਾਂ ਦਾ ਬਣਿਆ ਹੋਇਆ ਗੁਰਦੁਆਰਾ ਨਵਾਂ ਬਣਾਉਣਾ। ਫਿਰ ਜਰਨੈਲ ਸਿੰਘ ਨੇ ਸੰਤ ਬਾਬੇ ਪ੍ਰਤਾਪ ਸਿੰਘ ਨੂੰ ਕਹਿ ਕੇ ਇਹਦੀ ਨੀਂਹ ਰੱਖੀ। ਬਾਬਾ ਪ੍ਰਤਾਪ ਸਿੰਘ ਨੇ ਵਿਚਾਰੇ ਨੇ ਬਹੁਤ ਸਾਡੇ ਪਿੰਡ 'ਚ ਜਿੰਨਾ ਕਹਿ ਲਈਏ ਉਦੋਂ ਵੱਧ ਹੀ ਜਿੰਨਾ ਬਾਣੀ ਪੜ੍ਹ ਕੇ ਪੜ੍ਹਾਈ ਬਹੁਤ ਜਾਣੀ ਨਾ, ਹੁਣ ਵੀ 100 ਸਵਾ 100 ਮੁੰਡਾ ਨਿੱਤ ਆਥਣ ਸਵੇਰ ਸਾਡੇ ਇੱਥੇ ਸਿੱਖ ਕੇ ਜਾਂਦਾ। ਹਾਂਜੀ, ਸੋ ਇਹ ਜਿਹੜਾ ਪਹਿਲਾ ਭਾਗ ਹੈ ਜਿਹਦੇ ਵਿੱਚ ਅਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜੀਵਨ ਬਾਰੇ ਜਿਹੜਾ ਹੈਗਾ, ਉਹਨਾਂ ਦੇ ਪਿੰਡ ਦੇ ਤੋਂ ਲੈ ਕੇ ਰੋਡੇ ਤੋਂ ਲੈ ਕੇ ਨਾਲ ਲੰਗਣਾ ਕਲਾਂ ਜਿਹੜਾ ਨਾਲ ਪਿੰਡ ਹੈ ਜਿੱਥੇ ਉਹ ਸੇਵਾ ਵੀ ਕਰਦੇ ਰਹੇ, ਕਿਉਂਕਿ ਦੋਨਾਂ ਪਿੰਡਾਂ ਦਾ ਜਿਹੜਾ ਰਸਤਾ ਲਗਭਗ 2.5 ਕਿਲੋਮੀਟਰ ਦਾ ਹੀ ਹੈ। ਠੀਕ ਹੈ, ਤਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਇਹ ਕੜੀ ਨੂੰ ਅੱਗੇ ਜਾਰੀ ਰੱਖਾਂਗੇ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।